जिसनु मत आवे सो सतगुर माहे समाना। एह वाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन माने। पर तक गुरु निस्तार बाणी बिरलो विचार सी। जे को गुरुमुख होए एह बाणी महापुरख की। निज घर वासा होए मारो महल्ला पहला। खावे भोगे सुन सुन देख पहर दिखावे काल करे। बिन गुर शब्द न आप पछाणे। बिन हर नाम ना काल टरे। जिता मोह हमें कर भूले। मेरी मेरी करते शीन करे। तन तन बिनस सहस सहस। फिर पछतावे मुख दूर परे। बिरद पया जो बन तन खिसिया। काफ कंठ बरूदो नैनो नीर टरे। चरण रहे कर कंपन लागे। साकत राम ना हृदय हरे। सूरत गई काली हूँ तौले। किसे ना पावे रखे ओ करे। बिसरत नाम ऐसे दुख लागे। जम मार
समारे नरक खरे पूरब जन्म को लेख न मिटई जन्म मरै कहाँ का दोष तरे बिन गुर बात जीवन होर मरणा बिन गुर शब्द जन्म जरे खुशी खुआर पै रस भोगण फोकट कर्म विकार करे नाम विसार लोभ मूल खोयो सिर धर्म राय का दंड परे गुरमुख राम नाम गुण गावे जा को हर प्रभ नदर करे ते निर्मल पुरख अपरंपर पूरे ते जग में गुर गोविंद हरे हर सिमरो गुर बचन समारो संगत हर जन पाओ करे हर जन गुर प्रदान द्वार नानक तिन जन की रेण हरे हर सिमरो गुर बचन समारो संगत हर जन पाओ करे हर जन गुर प्रदान द्वार नानक तिन जन की रेण हरे वाहिगुरु जी का खालसा वाहिगुरु जी की फतेह। इस पावन शब्द दी विचार जिस दे पहले चार बंद आपां ने कल सरवण कीते सन, बाकी 8 बंद हैं जिन्हां दी विचार भाई जगदेव सिंह जी हैड प्रचारक श्रोमणी गुरुद्वारा प्रबंधक कमेटी आप जी नूं सरवण करवाउणगे। 9 तरीक परसों गुरु अमरदास महाराज जी का पावन पवित्र प्रकाश गुरपुरब है। 14 तरीक संग्रांद है। 14 तरीक को ही दिल्ली से गुरुद्वारा प्रबंधक कमेटी श्रोमणी गुरुद्वारा प्रबंधक कमेटी ने जो श्री अकाल तख्त साहब जी की सरपरस्ती हेठ जगत गुरु गुरु नानक साहब महाराज जी के पवित्र अस्थान जो हरिद्वार दे विच हर की पौड़ी ते सी, जगत गुरु गुरु नानक साहब महाराज हरिद्वार गए
ਉੱਥੇ ਸਤਿਗੁਰੂ ਜੀ ਨੇ ਗੁਰਮਤਿ ਦਾ ਗਿਆਨ, ਗੁਰਮਤਿ ਦਾ ਪ੍ਰਕਾਸ਼ ਅੰਧ ਵਿਸ਼ਵਾਸ ਵਿੱਚ ਡੁੱਬੇ ਹੋਏ ਲੋਕਾਂ ਨੂੰ ਬਖਸ਼ਿਆ ਸੀ। ਸਹੀ ਜੀਵਨ ਦਾ ਮਾਰਗਦਰਸ਼ਨ ਸਤਿਗੁਰੂ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ। ਉਸ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਅਤੇ ਉਸ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸੰਭਾਲ ਖਾਲਸਾ ਪੰਥ ਨੂੰ ਪ੍ਰਾਪਤ ਹੋਵੇ, ਇਹਦੇ ਵਾਸਤੇ ਜੋ ਉਦਮ ਕਾਰਜ ਆਰੰਭੇ ਹਨ, ਉਸ ਦਾ ਪਹਿਲਾ ਉਦਮ ਹੈ ਕਿ 14 ਤਰੀਕ ਸਵੇਰੇ 9 ਵਜੇ ਗੁਰਦੁਆਰਾ ਬੰਗਲਾ ਸਾਹਿਬ ਪਾਕਿਸਤਾਨ ਵਿੱਚ ਜੋ ਸਤਿਗੁਰੂ ਜੀ ਦਾ ਜਨਮ ਸਥਾਨ ਹੈ, ਗੁਰਦੁਆਰਾ ਨਨਕਾਣਾ ਸਾਹਿਬ, ਫਿਰ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਰ ਸਾਹਿਬ, ਇਹਨਾਂ ਅਸਥਾਨਾਂ ਤੇ ਜਪਜੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਹੋਵੇਗਾ। ਉਪਰੰਤ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੰਗਤੀ ਰੂਪ ਵਿੱਚ ਕੀਤੀ ਜਾਣੀ ਹੈ ਕਿ ਸੱਚੇ ਪਾਤਸ਼ਾਹ ਇਹ ਅਸਥਾਨ ਮੁੜ ਸਥਾਪਿਤ ਹੋਵੇ, ਇਹਦੀ ਸੇਵਾ ਸੰਭਾਲ ਖਾਲਸਾ ਪੰਥ ਨੂੰ ਪ੍ਰਾਪਤ ਹੋਵੇ। ਸੋ ਜਿਹੜੇ ਪਰਿਵਾਰ, ਜਿਹੜੇ ਗੁਰੂ ਦੇ ਪਿਆਰ ਵਾਲੇ ਇਹਨਾਂ ਅਸਥਾਨਾਂ ਤੇ ਨਹੀਂ ਪਹੁੰਚ ਸਕਦੇ, ਦੇਸ਼ਾਂ ਵਿਦੇਸ਼ਾਂ ਵਿੱਚ ਪਿੰਡਾਂ ਥਾਵਾਂ ਤੇ ਰਹਿੰਦੇ ਨੇ, ਉਹ ਆਪਣੇ ਨਜ਼ਦੀਕ ਦੇ ਜੋ ਗੁਰੂ ਘਰ ਹਨ, ਉਹਨਾਂ ਗੁਰੂ ਘਰਾਂ ਦੇ ਵਿੱਚ ਇੰਡੀਆ ਦਾ ਜੋ ਟਾਈਮ 9 ਵਜੇ ਹੈ, ਉਹਦੇ ਹਿਸਾਬ ਨਾਲ ਸਮਾਂ ਨਿਯਤ ਕਰਕੇ ਸੰਗਤੀ ਰੂਪ ਵਿੱਚ ਹਾਜ਼ਰ ਹੋਣ, ਗੁਰਦੁਆਰਾ ਸਾਹਿਬਾਨਾਂ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨ। ਆਪਾਂ ਨੂੰ ਸਾਰਿਆਂ ਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਕਿਉਂਕਿ ਪੰਥ ਦਾ ਕਾਰਜ ਹੈ, ਵੱਡੇ ਸਤਿਗੁਰਾਂ ਦੇ ਪਾਵਨ ਅਸਥਾਨ ਦੀ ਸਥਾਪਨਾ ਹੋਵੇ। ਇਹ ਬਹੁਤ ਗੁਰਸਿੱਖਾਂ ਦੇ ਮਨ ਦੀ ਸ਼ੁਭ ਭਾਵਨਾ ਹੈ, ਕਿਉਂਕਿ ਗੁਰਸਿੱਖ ਹਮੇਸ਼ਾ ਆਪਣੇ ਸਤਿਗੁਰਾਂ ਦੇ ਅਸਥਾਨ ਲੱਭਦੇ ਹਨ, ਉੱਥੋਂ ਦੀ ਚਰਨ ਧੂੜ ਆਪਣੇ ਮਸਤਕ ਨੂੰ ਲਾਉਣਾ ਆਪਣੇ ਬਹੁਤ ਵੱਡੇ ਭਾਗ, ਗਨੀਮਤ ਸਮਝਦੇ ਨੇ। ਨਿਰਸੰਦੇਹ ਸਤਿਗੁਰੂ ਬਖਸ਼ਿਸ਼ ਕਰਨਗੇ, ਇਹ ਅਸਥਾਨ ਮੁੜ ਸਥਾਪਿਤ ਹੋਵੇਗਾ। ਸੋ ਇਸ ਸੇਵਾ ਦੇ ਵਿੱਚ ਆਪ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਪੁਰਖ ਵਿਧਾਤਾ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਇਕੱਤਰ ਹੋਈ ਸਾਧ ਸੰਗਤ ਜੀ, ਆਓ ਰਲ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪ ਜੀ ਨੇ ਲੜੀਵਾਰ ਗੁਰ ਸ਼ਬਦ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਹੋਣਾ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਹੈ। ਸਾਰਾ ਸ਼ਬਦ ਇਸ ਪੰਕਤੀ ਦੀ ਵਿਆਖਿਆ ਕਰਦਾ ਹੈ, ਰਹਾਉ ਵਾਲੀ ਪੰਕਤੀ ਦੀ, ਕਿ ਸੰਸਾਰ ਭਵਜਲ ਕਿਉਂ ਤਰੈ,
ਸੰਸਾਰ ਭਵਜਲ ਤੋਂ ਮਨੁੱਖ ਕਿਵੇਂ ਤਰ ਸਕਦਾ ਹੈ, ਉਹਦਾ ਢੰਗ ਦੱਸਿਆ। ਗੁਰਮੁਖ ਨਾਮ ਨਿਰੰਜਨ ਪਾਈਏ, ਅਫਰਿਓ ਭਾਰ ਅਫਾਰ ਟਰੈ। ਜਦੋਂ ਅਸੀਂ ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਕਰਦੇ ਹਾਂ ਤੇ ਸਾਡਾ ਸੰਸਾਰ ਸਮੁੰਦਰ ਤੋਂ ਤਰਨਾ ਸੌਖਾ ਹੋ ਜਾਂਦਾ ਹੈ, ਹੰਕਾਰ ਨਿਵਰਤ ਹੋ ਜਾਂਦਾ ਹੈ। ਆਓ ਚਾਰ ਬੰਦ ਪਹਿਲਾਂ ਭਾਈ ਸਾਹਿਬ ਜੀ ਨੇ ਵਿਚਾਰੇ ਨੇ, ਉਸ ਤੋਂ ਅੱਗੇ ਵਿਚਾਰ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਤੇ ਸਤਿਕਾਰ ਦੇ ਨਾਲ ਕਹੋ ਜੀ ਸਤਨਾਮ ਸ੍ਰੀ। ਫਿਰ ਕਰੋ ਕਿਰਪਾ ਜੀ ਸਤਨਾਮ ਸ੍ਰੀ। ਖਾਵੈ ਭੋਗੈ ਸੁਣ ਸੁਣ ਦੇਖੈ, ਪਹਿਰ ਦਿਖਾਵੇ ਕਾਲ ਘਰੇ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਇਸ ਮਨੁੱਖ ਨੇ ਸੰਸਾਰ ਭਵਜਲ ਤੋਂ ਕਿਵੇਂ ਤਰਨਾ ਹੈ, ਜਦੋਂ ਕਿ ਇਹਦਾ ਤੇ ਜੀਵਨ ਹੈ ਖਾਵੈ, ਵੱਖ-ਵੱਖ ਤਰ੍ਹਾਂ ਦੇ ਪਦਾਰਥ ਖਾਂਦਾ ਹੈ। ਸਾਧ ਸੰਗਤ ਜੀ, ਆਪਾਂ ਦਿਨ ਦੇ ਵਿੱਚ 2-3 ਵਾਰ ਪ੍ਰਸ਼ਾਦਾ ਛਕਦੇ ਆਂ, ਕਈ ਵੀਰ ਤੇ ਇਸ ਤੋਂ ਵੱਧ ਵੀ ਛਕਦੇ ਹੋਣਗੇ। ਸਾਰੀ ਰੁਚੀ ਹੀ ਖਾਣ ਦੇ ਵਿੱਚ ਹੈ। ਮੂੰਹ ਵੀ ਕੱਸ ਜਾਂਦਾ, ਪੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਰੰਗ ਲਾਇਆ ਹੀ ਨਹੀਂ, ਉਹ ਸੰਸਾਰ ਦੇ ਪਦਾਰਥ ਖਾਂਦੇ ਨੇ, ਭੋਗੈ ਉਹਨਾਂ ਨੂੰ ਭੋਗਦੇ ਨੇ। ਸੁਣ ਸੁਣ ਦੇਖੈ, ਸਤਿਗੁਰੂ ਜੀ ਸਮਝਾਉਂਦੇ ਨੇ, ਆਪਣੀ ਉਸਤਤ ਸੁਣਨਾ ਚਾਹੁੰਦੇ ਨੇ, ਪਰਾਏ ਦੀ ਨਿੰਦਿਆ ਸੁਣਨੀ ਚਾਹੁੰਦੇ ਨੇ। ਸੰਸਾਰ ਸਮੁੰਦਰ ਤੋਂ ਕਿਵੇਂ ਤਰ ਜਾਣ, ਅਵਸਥਾ ਤੇ ਇਹ ਪ੍ਰਾਪਤ ਕਰਨੀ ਸੀ ਕਿ ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਵਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਅਵਸਥਾ ਤੇ ਇਹ ਪ੍ਰਾਪਤ ਕਰਨੀ ਸੀ, ਪਰ ਕੰਨ ਪਰਾਈ ਨਿੰਦਿਆ ਸੁਣਨੀ ਚਾਹੁੰਦੇ ਨੇ। ਸਾਧ ਸੰਗਤ ਜੀ, ਆਪਣੇ ਕੰਨਾਂ ਦੇ ਨਾਲ ਆਪਣੀ ਜੀਵ ਉਸਤਤ ਸੁਣਨੀ ਚਾਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸੰਸਾਰ ਸਮੁੰਦਰ ਤੋਂ ਮਨੁੱਖ ਤਰੇ ਕਿਵੇਂ। ਇਸੇ ਦੀ ਵਿਆਖਿਆ ਕੀਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ, ਜਦੋਂ ਸਮਝਾਉਂਦੇ ਨੇ ਕਿ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਹੁਣ ਸਤਿਗੁਰੂ ਜੀ ਸਮਝਾ ਰਹੇ ਨੇ, ਖਾਵੈ ਭੋਗੈ ਸੁਣ ਸੁਣ ਦੇਖੈ, ਪਹਿਰ ਦਿਖਾਵੈ ਕਾਲ ਘਰੇ। ਮਨੁੱਖ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਦਾ, ਵੱਖ-ਵੱਖ ਤਰ੍ਹਾਂ ਦੇ ਬ੍ਰਾਂਡ ਪਹਿਨਦਾ। ਇਹ ਕੱਪੜੇ ਪਹਿਨ ਕੇ ਫਿਰ ਸੰਸਾਰ ਦੇ ਲੋਕਾਂ ਤੋਂ ਉਹਨਾਂ ਕੱਪੜਿਆਂ ਬਾਰੇ ਕਮੈਂਟ ਵੀ ਸੁਣਨਾ ਚਾਹੁੰਦਾ ਕਿ ਜਿਹੜੇ ਮੈਂ ਕੱਪੜੇ ਪਹਿਨੇ ਨੇ, ਲੋਕ ਇਹਦੇ ਬਾਰੇ ਕੀ ਕਹਿੰਦੇ ਨੇ। ਮੈਨੂੰ ਖਿਮਾ ਕਰਨਾ, ਕਈ ਵਾਰੀ ਸਲਬਲ ਹੋਏ ਛਾਰ, ਇਹਨਾਂ ਨੇ ਜਲ ਬਲ ਕੇ ਸਵਾਹ ਹੋ ਜਾਣਾ। ਇਸ ਕਰਕੇ ਪਹਿਰਾਵਾ ਵੀ ਉਹ ਪਾਉਣਾ ਚਾਹੀਦਾ ਜਿਹੜਾ ਸਮਾਜਿਕ ਹੋਵੇ, ਜਿਹੜਾ ਸੱਭਿਅਕ ਹੋਵੇ। ਸੰਸਾਰ ਸਮੁੰਦਰ ਤੋਂ ਤਰਨ ਦੀ ਢੰਗ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਮਨੁੱਖ ਕੀ ਕਰ ਰਿਹਾ, ਆਪਣੇ ਕੱਪੜਿਆਂ ਦਾ ਵਿਖਾਵਾ ਕਰ ਰਿਹਾ, ਤੇ ਇਹਦੇ ਨਾਲ ਕੀ ਹੁੰਦਾ ਹੈ, ਕਾਲ ਘਰੇ। ਮਨੁੱਖ ਆਤਮਿਕ ਮੌਤ ਇਹਦੇ ਘਰ ਵਿੱਚ ਆ ਜਾਂਦੀ ਹੈ।
ਪੰਕਤੀ ਹੈ ਕਾਲ ਘਰੇ। ਕਾਲ ਦਾ ਅਰਥ ਹੈ ਆਤਮਿਕ ਮੌਤ। ਜਦੋਂ ਮਨੁੱਖ ਦੇ ਅੰਦਰ ਨਿਮਰਤਾ ਨਾ ਰਵੇ, ਖਿਮਾ ਨਾ ਰਵੇ, ਸਚਾਈ ਨਾ ਰਵੇ, ਸਹਿਨਸ਼ੀਲਤਾ ਨਾ ਰਵੇ, ਇਹਨਾਂ ਗੁਣਾਂ ਦੀ ਮੌਤ ਹੋ ਜਾਵੇ, ਉਦੋਂ ਆਤਮਿਕ ਮੌਤ ਸਮਝੋ। ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਵਾਹਿਗੁਰੂ ਵਿਸਰ ਜਾਂਦਾ ਹੈ, ਸਾਡੇ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਆਤਮਿਕ ਤੌਰ ਤੇ ਸਾਡੀ ਮੌਤ ਹੋ ਜਾਂਦੀ ਹੈ। ਭਾਵੇਂ ਸਰੀਰਕ ਤੌਰ ਤੇ ਅਸੀਂ ਜਿੰਦਾ ਹਾਂ, ਪਰ ਅੰਦਰੋਂ ਤੇ ਮਰੇ ਹੋਏ ਹਾਂ। ਜੇ ਅੰਦਰ ਦਾ ਜੀਵਨ ਚਾਹੁੰਦੇ ਹਾਂ, ਫਿਰ ਕੀ ਕਰੀਏ? ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਸਮਝਾਉਂਦੇ ਨੇ, ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੇ। ਗੁਰੂ ਦੇ ਸ਼ਬਦ ਤੋਂ ਬਗੈਰ ਆਪਣੇ ਆਪ ਦੀ ਪਹਿਚਾਨ ਨਹੀਂ ਹੁੰਦੀ। ਗੁਰੂ ਦਾ ਸ਼ਬਦ ਸਮਝਾਵੇਗਾ ਕਿ ਅਸੀਂ ਸੰਸਾਰ ਵਿੱਚ ਕੀ ਲੈਣ ਵਾਸਤੇ ਆਏ ਹਾਂ। ਸਤਿਗੁਰ ਦੀ ਬਾਣੀ ਸਮਝਾਉਂਦੀ ਹੈ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ। ਆਏ ਤੇ ਕੰਮ ਇਸ ਵਾਸਤੇ ਸਾਂ ਕਿ ਬਾਣੀ ਪੜ੍ਹੀਏ, ਬਾਣੀ ਦੀ ਵਿਚਾਰ ਕਰੀਏ। ਪਰ ਹੋਇਆ ਕੀ ਕਿ ਨਾਮ ਵਿਸਾਰ ਲੱਗੇ, ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਨਾਮ ਨੂੰ ਵਿਸਾਰ ਦਿੱਤਾ। ਗੁਰਬਾਣੀ ਸਾਨੂੰ ਸਮਝਾਵੇਗੀ ਕਿ ਪ੍ਰਾਣੀ ਤੂੰ ਸੰਸਾਰ ਵਿੱਚ ਕੀ ਲੈਣ ਵਾਸਤੇ ਆਇਆ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੈ, ਸਭ ਮੁਕਦੀ ਚੱਲੀ ਰਹਿਣ। ਗੁਰਬਾਣੀ ਸਮਝਾਵੇਗੀ। ਗੁਰੂ ਦਾ ਸ਼ਬਦ ਸਮਝਾਵੇਗਾ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਗੁਰਬਾਣੀ ਸਮਝਾਵੇਗੀ। ਸਤਿਗੁਰੂ ਜੀ ਅੱਜ ਵੀ ਸਮਝਾ ਰਹੇ ਨੇ, ਬਿਨ ਗੁਰ ਸ਼ਬਦ ਨਾ ਆਪ ਪਛਾਨੈ। ਗੁਰੂ ਦੇ ਸ਼ਬਦ ਤੋਂ ਬਗੈਰ ਆਪਣੇ ਆਪ ਦੀ ਪਹਿਚਾਨ ਨਹੀਂ ਹੁੰਦੀ। ਸਤਿਗੁਰ ਦੀ ਬਾਣੀ ਦੇ ਕਿੰਨੇ ਪਿਆਰੇ ਸ਼ਬਦ ਨੇ ਕਿ ਫੱਫਾ ਫਿਰਤ ਫਿਰਤ ਤੂੰ ਆਇਆ। ਐ ਪ੍ਰਾਣੀ ਵੱਖ-ਵੱਖ ਜਨਮਾਂ ਦੇ ਵਿੱਚ ਭਟਕਦਾ ਭਟਕਦਾ ਤੂੰ ਸੰਸਾਰ ਵਿੱਚ ਆਇਆ। ਦੁਰਲਭ ਜਨਮ ਕਲਯੁਗ ਮੈਂ ਪਾਇਆ। ਇਹ ਤੈਨੂੰ ਦੁਰਲਭ ਜਨਮ ਮਿਲਿਆ, ਪਰ ਇੱਥੇ ਆ ਕੇ ਤੂੰ ਨਾਮ ਜਪਿਆ ਕੋਈ ਨਾ। ਕਰਨਾ ਤੇ ਇਹ ਸੀ ਕਿ ਭਜੋ ਗੋਬਿੰਦ, ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਹਾ ਲੈਣਾ ਸੀ ਕਿ ਸਿਮਰਨ ਕਰ ਲਈਏ। ਗੁਰਬਾਣੀ ਸਮਝਾਵੇਗੀ, ਸ਼ਬਦ ਸਮਝਾਵੇਗਾ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੇ। ਹਰੀ ਦੇ ਨਾਮ ਤੋਂ ਬਗੈਰ, ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਜਿਹੜੀ ਆਤਮਿਕ ਮੌਤ ਹੈ, ਇਹ ਖਤਮ ਨਹੀਂ ਹੋ ਸਕਦੀ। ਸਾਧ ਸੰਗਤ ਕਿੰਨੇ ਪਿਆਰੇ ਸ਼ਬਦ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਜਦੋਂ ਸਮਝਾਉਂਦੇ ਨੇ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ। ਝੂਠੇ ਲਾਲਚ ਲਾਗ ਕੇ ਨੈ ਮਰਨ ਪਛਾਨਾ। ਜੇ ਆਤਮਿਕ ਮੌਤ ਨੂੰ ਦੂਰ ਕਰਨਾ ਚਾਹੁੰਦੇ ਆ, ਫਿਰ ਬਾਣੀ ਦੇ ਲੜ ਲੱਗ ਜਾਈਏ। ਜਦੋਂ ਬਾਣੀ ਦੇ ਲੜ ਲੱਗਾਂਗੇ, ਫਿਰ ਅਵਸਥਾ ਕੀ ਬਣੇਗੀ? ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਬਾਣੀ ਸਾਡੇ ਦੁੱਖਾਂ ਦਾ, ਪਾਪਾਂ ਦਾ ਨਾਸ ਕਰ ਦੇਵੇਗੀ। ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ
ਸਦਾ ਮਨ ਚਾਓ, ਮਨ ਦੇ ਵਿੱਚ ਚਾਓ ਪੈਦਾ ਹੋ ਜਾਵੇਗਾ, ਖੜਾਓ ਪੈਦਾ ਹੋ ਜਾਵੇਗਾ। ਅੱਗੇ ਮੇਰੇ ਪਾਤਸ਼ਾਹ ਸਮਝਾਉਂਦੇ ਨੇ, ਜੇਤਾ ਮੋਹ ਹਉਮੈ ਕਰ ਭੂਲੇ, ਮੇਰੀ ਮੇਰੀ ਕਰਤੇ ਸ਼ੀਨ ਖਰੇ। ਸੰਸਾਰ ਦੇ ਅੰਦਰ ਜਿੰਨੇ ਵੀ ਪ੍ਰਾਣੀ ਨੇ ਇਹ ਮੋਹ ਦੇ ਵਿੱਚ ਖਚਿਤ ਨੇ, ਮੋਹ ਦੇ ਵਿੱਚ। ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਜੀ ਸਾਨੂੰ ਰੋਜ਼ਾਨਾ ਰਹਿਰਾਸ ਸਾਹਿਬ ਦੇ ਵਿੱਚ ਸਮਝਾਉਂਦੇ, ਜਦੋਂ ਇਹ ਬਚਨ ਪੜ੍ਹਦੇ ਹਾਂ ਕਿ ਤਿਤ ਸਰਵਰੜਾ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬੀ ਅਲੇ। ਇਸ ਮੋਹ ਦੇ ਚੱਕੜ ਵਿੱਚ ਕਿੰਨੇ ਡੁੱਬ ਗਏ ਤੇ ਕਿੰਨੇ ਡੁੱਬਣ ਨੂੰ ਤਿਆਰ ਖੜੇ ਨੇ। ਸਾਧ ਸੰਗਤ, ਇਹ ਮੋਹ ਦਾ ਚਿੱਕੜ ਹੈ ਹੀ ਇਸ ਤਰ੍ਹਾਂ ਦਾ, ਜਿਹਦੇ ਬਾਰੇ ਸਤਿਗੁਰ ਦੀ ਬਾਣੀ ਨੇ ਸਾਨੂੰ ਸੁਚੇਤ ਕੀਤਾ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ। ਇਹ ਜਿਹੜਾ ਪਰਿਵਾਰ ਦੇ ਨਾਲ ਮੋਹ ਪਾਇਆ, ਇਹਨੇ ਤੇਰਾ ਸਾਥ ਨਹੀਂ ਨਿਭਾਉਣਾ। ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ। ਇਸ ਕਰਕੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸੰਸਾਰ ਭਵਜਲ ਤੋਂ ਤਰਨ ਦੀ ਜੁਗਤੀ ਦੱਸ ਰਹੇ ਨੇ ਕਿ ਜਿਹੜਾ ਮੋਹ ਹੈ ਇਹਦੇ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ। ਹਉਮੈ, ਹਉਮੈ ਭਾਵ ਹੰਕਾਰ ਦੇ ਨਾਲ ਵੀ ਇਹਦੀ ਪ੍ਰੀਤ ਜੁੜੀ ਹੋਈ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਹਉਮੈ ਕਰ ਭੂਲੇ, ਇਹਦੇ ਕਰਕੇ ਮਨੁੱਖ ਭੁੱਲ ਗਿਆ। ਮੇਰੀ ਮੇਰੀ ਕਰਤੇ ਸ਼ੀਨ ਖਰੇ, ਕਹਿੰਦਾ ਹੈ ਮੇਰੀ ਜ਼ਮੀਨ, ਮੇਰੀ ਜਾਇਦਾਦ, ਮੇਰੀ ਧਨ ਦੌਲਤ, ਮੇਰੀ ਕੋਠੀ, ਮੇਰੀ ਕਾਰ, ਮੇਰਾ ਬੰਗਲਾ, ਮੇਰਾ ਮਹਿਲ, ਮੇਰੀ ਮਾੜੀ। ਸਤਿਗੁਰ ਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਮੇਰੀ ਮੇਰੀ ਕੈਰੋ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਛਤਰ ਝਲੈ ਥਾ, ਦੇਹੀ ਗਿਰਜਨ ਖਾਈ। ਦੇਖ, ਦੁਰਜੋਧਨ ਵਰਗੇ ਭਰਾ ਕੈਰਵਾਂ ਦੇ, ਜਿਨ੍ਹਾਂ ਦੀਆਂ ਸਨਾਵਾਂ ਦਾ 48 ਕੋਹ ਦੇ ਵਿੱਚ ਫੈਲਾਓ, ਉਹ ਕਿੱਥੇ ਨੇ? ਐ ਜੀਵ ਤੈਨੂੰ ਸਮਝ ਨਹੀਂ ਆਈ? ਜੋ ਘਰ ਛੱਡ ਗਵਾਵਣਾ ਤਿਸ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ। ਤੂੰ ਕਹਿੰਦਾ ਇਹ ਮੇਰਾ ਘਰ, ਮੇਰਾ ਮਕਾਨ, ਇਹ ਤੇ ਮਕਾਨ ਇੱਥੇ ਛੱਡ ਜਾਣਾ। ਪਰ ਜਦੀ ਇਸ ਗੱਲ ਦੀ ਵੀ ਵਿਚਾਰ ਕੀਤੀ ਹੈ ਕਿ ਮਰਨ ਤੋਂ ਬਾਅਦ ਮੇਰੇ ਨਾਲ ਕੀ ਵਰਤਣਾ ਹੈ, ਸਤਿਗੁਰੂ ਜੀ ਉਸ ਪਾਸੇ ਸੁਚੇਤ ਕਰਦੇ। ਦੇਖੋ ਬਾਣੀ ਦੇ ਵਿੱਚ ਕਿੰਨੇ ਪਿਆਰੇ ਬਚਨ। ਮਨੁੱਖ ਇੱਕ ਪੱਖਾ ਵੀ ਗੁਰੂ ਘਰ ਦੇ ਵਿੱਚ ਭੇਟ ਕਰ ਦੇਵੇ ਤੇ ਚਾਹੁੰਦਾ ਹੈ ਇਹਦੇ ਤੇ ਮੇਰਾ ਨਾਮ ਲਿਖਿਆ ਜਾਵੇ। ਇਸ ਤਰ੍ਹਾਂ ਦੀ ਭਾਵਨਾ ਮਨੁੱਖ ਦੇ ਅੰਦਰ ਹੈ। ਪਰ ਪ੍ਰੇਰਣਾ ਲਈਏ ਸਤਿਗੁਰ ਦੀ ਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਜੀ ਤੋਂ, ਇਤਿਹਾਸ ਤੋਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਬਾਣੀ ਦਾ ਇਹ ਮਹਾਨ ਖਜ਼ਾਨਾ ਰਾਮਸਰ ਦੀ ਧਰਤੀ ਤੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ। ਆਪ ਬਾਣੀ ਰਚੀ, ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ। ਸਾਰਾ ਕੁਝ ਕਰਨ ਦੇ ਬਾਅਦ ਇਹ ਨਹੀਂ ਕਿਹਾ ਕਿ ਮੈਂ ਕੀਤਾ, ਮੇਰੀ ਮੋਹਰ ਨਹੀਂ ਲਾਈ। ਇੱਕ ਮਨੁੱਖ ਕਵਿਤਾ ਵੀ ਰਚ ਲਵੇ ਤੇ ਉਹਦੇ ਤੇ ਬਾਅਦ ਵਿੱਚ ਮੋਹਰ ਲਾਉਂਦਾ ਹੈ ਕਿ ਮੈਂ ਰਚੀ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਦਕੇ ਜਾਣ ਨੂੰ ਜੀ ਕਰਦਾ ਜਦੋਂ ਇਹ ਬਚਨ ਪੜ੍ਹਦੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮੈਂ ਰਾਮਤ ਹੋਈ। ਸਤਿਗੁਰ ਸੱਜਣ
ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ। ਮਨੁੱਖ ਆਪਣੀ ਮੋਹਰ ਲਾਉਂਦਾ। ਸਤਿਗੁਰ ਤੋਂ ਪ੍ਰੇਰਣਾ ਲਈਏ। ਸਾਧ ਸੰਗਤ, ਜਿਹੜਾ ਸਤਿਗੁਰੂ ਜੀ ਨੇ ਸਾਨੂੰ ਫਤਿਹ ਬਖਸ਼ੀ ਹੈ ਨਾ, ਸੰਬੋਧਨੀ ਬੋਲਾ, ਸੰਬੋਧਨੀ ਬੋਲੇ ਦੇ ਵਿੱਚ ਜਦੋਂ ਆਪਾਂ ਮਿਲਦੇ ਹਾਂ ਤੇ ਇਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਵੀ ਬੜੀ ਡੂੰਘੀ ਰਮਜ਼ ਹੈ। ਪਹਿਲੀ ਰਮਜ਼ ਕਿ ਜਿਹੜਾ ਖਾਲਸਾ ਹੈ ਇਹਦਾ ਸਿੱਧਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ। ਅਗਲੀ ਪੰਕਤੀ ਹੈ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਫਤਿਹ ਵੀ ਹੋਈ, ਜਿਹੜੀ ਜਿੱਤ ਵੀ ਹੋਈ, ਇਹ ਮੇਰੀ ਨਹੀਂ ਹੋਈ, ਇਹ ਪਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਬਖਸ਼ਿਸ਼। ਭੰਗਾਣੀ ਦਾ ਜੰਗ ਧੰਨ ਗੁਰੂ ਗੋਬਿੰਦ ਸਿੰਘ ਜੀ ਜਿੱਤਦੇ। ਜਿੱਤਣ ਤੋਂ ਬਾਅਦ ਇਹ ਨਹੀਂ ਕਹਿੰਦੇ ਕਿ ਮੈਂ ਜਿੱਤਿਆ, ਇਹ ਬਚਨ ਕਰਦੇ ਕਿ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਇਹ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਇਹ ਫਤਿਹ ਹੋਈ ਹੈ, ਜਿੱਤ ਹੋਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨੇ ਦੀ ਸੇਵਾ ਕਰਵਾਈ। ਕੁਆਂਟਲਾਂ ਦੇ ਰੂਪ ਦੇ ਵਿੱਚ ਸੇਵਾ ਕੀਤੀ ਗਈ। ਸੇਵਾ ਕਰਨ ਤੋਂ ਬਾਅਦ ਕਹਿੰਦੇ ਨੇ ਇਤਿਹਾਸਕਾਰ ਕਿ ਇੱਕ ਪਟੜਾ, ਇੱਕ ਇਬਾਰਤ ਲਿਖ ਕੇ ਲਾ ਦਿੱਤੀ ਗਈ ਕਿ ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਹੈ। ਜਦੋਂ ਮਹਾਰਾਜਾ ਸਾਹਿਬ ਨੂੰ ਪਤਾ ਲੱਗਿਆ ਕਿ ਇਹ ਇਬਾਰਤ ਲਿਖੀ ਹੈ, ਕਹਿੰਦੇ ਬੜੇ ਨਾਰਾਜ਼ ਹੋਏ। ਕਹਿਣ ਲੱਗੇ ਕਿ ਮੈਂ ਕੌਣ ਹੁੰਦਾ ਹਾਂ ਸੇਵਾ ਕਰਨ ਵਾਲਾ, ਮੈਂ ਕੌਣ ਹੁੰਦਾ ਹਾਂ ਸੇਵਾ ਕਰਨ ਵਾਲਾ। ਉਹ ਇਬਾਰਤ ਬਦਲੀ ਗਈ। ਅੱਜ ਜੇਕਰ ਤੁਸੀਂ ਦਰਸ਼ਨ ਕਰਨ ਵਾਸਤੇ ਜਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹ ਇਬਾਰਤ ਲਿਖੀ ਹੋਈ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਪਰਮ ਸੇਵਕ ਸਿੱਖ ਜਾਣਕਾਰ ਸ੍ਰੀ ਦਰਬਾਰ ਸਾਹਿਬ ਜੀ ਕੀ ਸੇਵਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਪਰ ਦਇਆ ਕਰਕੇ ਕਰਾਈ, ਦਇਆ ਕਰਕੇ ਕਰਾਈ। ਸਾਧ ਸੰਗਤ, ਆਪਾਂ ਆਪਣੀ ਮੋਹਰ ਨਾ ਲਾਇਆ ਕਰੀਏ। ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਨੇ, ਅਸੀਂ ਸੰਸਾਰ ਸਮੁੰਦਰ ਤੋਂ, ਭਵਜਲ ਤੋਂ ਤਰਨਾ ਕਿਵੇਂ। ਅਸੀਂ ਤੇ ਹਰ ਗੱਲ ਦੇ ਨਾਲ ਆਪਣੀ ਮੋਹਰ ਜੋੜ ਦਿੰਦੇ ਕਿ ਮੈਂ ਕੀਤਾ, ਪਰ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ। ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ। ਖੈਰ ਸਤਿਗੁਰੂ ਜੀ ਅੱਜ ਸਾਨੂੰ ਭਵਜਲ ਤੋਂ ਤਰਨ ਦਾ ਸਾਧਨ ਦੱਸ ਰਹੇ ਨੇ ਤੇ ਬਾਣੀ ਦੇ ਇਹ ਬਚਨ, ਜੇਤਾ ਮੋਹ ਹਉਮੈ ਕਰ ਭੂਲੇ, ਮੇਰੀ ਮੇਰੀ ਕਰਤੇ ਸ਼ੀਨ ਖਰੇ। ਸ਼ੀਨ ਖਰੇ, ਸ਼ੀਨ ਦਾ ਅਰਥ ਹੁੰਦਾ ਹੈ ਕਮਜ਼ੋਰ। ਜਦੋਂ ਮੇਰੀ ਦੀ ਮੋਹਰ ਲਾਉਂਦੇ ਹਾਂ, ਹਉਮੈ ਦੀ ਮੋਹਰ ਲਾਉਂਦੇ ਹਾਂ, ਸਾਡਾ ਆਤਮਿਕ ਜੀਵਨ ਕਮਜ਼ੋਰ ਹੋ ਜਾਂਦਾ, ਆਤਮਿਕ ਜੀਵਨ ਕਮਜ਼ੋਰ ਹੋ ਜਾਂਦਾ। ਤਨ ਧਨ ਬਿਨਸੈ ਸਹਸੇ ਸਹਸਾ, ਫਿਰ ਪਛਤਾਵੇ ਮੁਖ ਧੂਰ ਪਰੇ। ਤਨ ਐ ਸਰੀਰ, ਧਨ ਮਾਇਆ, ਬਿਨਸੇ ਬਿਨਸ ਜਾਣੀ ਹੈ, ਨਾਸ ਹੋ ਜਾਣੀ ਹੈ। ਇਹ ਜਿਹੜਾ ਅਸੀਂ ਸਰੀਰ ਵੇਖਦੇ ਆ ਨਾ, ਇਹਨੇ ਨਾਸ ਹੋ ਜਾਣਾ ਹੈ, ਇਹਨੇ ਸਦੀਵੀ ਨਹੀਂ ਰਹਿਣਾ। ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਜਿਸ ਸਰੀਰ ਦੇ ਉੱਪਰ ਅਸੀਂ ਸੈਂਟ ਛਿੜਕਦੇ ਹਾਂ, ਪਰਫਿਊਮ ਛਿੜਕਦੇ ਹਾਂ, ਇਹਨੂੰ ਮਾਲਿਸ਼ ਕਰਕੇ ਸੋਹਣਾ ਬਣਾਉਣ ਦਾ ਯਤਨ ਕਰਦੇ ਹਾਂ,
ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ, ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ। ਇਹਦਾ ਕਾਹਦਾ ਗਰਵ ਕਰਦੇ ਹੋ? ਇਹਨੇ ਤੇ ਨਾਸ ਹੋ ਜਾਣਾ, ਬਿਨਸ ਜਾਣਾ, ਧਨ ਨੇ ਵੀ ਨਾਸ ਹੋ ਜਾਣਾ। ਜਿਹੜੇ ਮਾਇਕ ਪਦਾਰਥ ਨੇ, ਭਾਵੇਂ ਕੋਈ ਕਰੋੜਾਂਪਤੀ ਹੈ, ਅਰਬਾਂਪਤੀ ਹੈ, ਕੀ ਉਹਦੇ ਨਾਲ ਧਨ ਜਾਣਾ? ਨਹੀਂ ਜਾਣਾ। ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ। ਪਰਮਾਤਮਾ ਦੇ ਭਜਨ ਤੋਂ ਬਗੈਰ ਹੋਰ ਕੋਈ ਵਸਤੀ ਵੀ ਸਾਥ ਨਹੀਂ ਜਾਣੀ। ਸਤਿਗੁਰੂ ਜੀ ਸਮਝਾਉਂਦੇ ਨੇ, ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈਂ ਮੂਰਖ ਮਨਾ। ਐ ਮੂਰਖ ਮਨ, ਤੇਰੇ ਨਾਲ ਇਹਨੇ ਸਾਥ ਨਹੀਂ ਨਿਭਾਉਣਾ। ਸੁਖਮਨੀ ਸਾਹਿਬ ਦੇ ਕਿੰਨੇ ਪਿਆਰੇ ਬਚਨ, ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈਂ ਮੂਰਖ ਮਨਾ। ਐ ਮੂਰਖ ਮਨ, ਸਮਝ ਸੁਚੇਤ ਹੋ, ਸਾਵਧਾਨ ਹੋ। ਨਾਮ ਨੇ ਸਹਾਇਤਾ ਕਰਨੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਤੋ ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਨੇ ਕਿ ਇਸ ਸਰੀਰ ਨੇ ਵੀ ਨਾਸ ਹੋ ਜਾਣਾ, ਧਨ ਨੇ ਵੀ ਨਾਸ ਹੋ ਜਾਣਾ, ਪਰ ਮਨੁੱਖ ਸਮਝਦਾ ਨਹੀਂ ਹੈ। ਤਨ ਧਨ ਬਿਨਸੈ ਸਹਸੇ ਸਹਸਾ। ਜਿਹਦੇ ਕਰਕੇ ਹਮੇਸ਼ਾ ਸਹਿਮ ਹੀ ਸਹਿਮ ਬਣਿਆ ਰਹਿੰਦਾ ਹੈ, ਫਿਰ ਪਛਤਾਵੈ ਮੁਖ ਧੂਰ ਪਰੇ। ਫਿਰ ਪਛਤਾਉਣਾ ਪੈਣਾ। ਜਦੋਂ ਮੁਖ ਦੇ ਵਿੱਚ ਧੂੜ ਪੈ ਗਈ, ਜਦੋਂ ਮੂੰਹ ਤੇ ਫਟਕਾਰਾਂ ਪਈਆਂ ਕਿ ਜਿਹੜੇ ਕੰਮ ਵਾਸਤੇ ਤੂੰ ਸੰਸਾਰ ਵਿੱਚ ਆਇਆ ਸੈਂ ਉਹ ਤੇ ਕੀਤਾ ਕੋਈ ਨਾ, ਫਿਰ ਪਛਤਾਵੇਂਗਾ ਮੂੜਿਆ। ਐ ਮੂਰਖ ਮਨ, ਫਿਰ ਤੈਨੂੰ ਪਛਤਾਉਣਾ ਪੈਣਾ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕਮਤ ਭ੍ਰਮ ਲਾਗਾ। ਚੇਤ ਰਾਮ ਨਾਹੀ ਜਮਪੁਰ ਜਾਹੇਗਾ। ਚੇਤ ਰਾਮ ਨਾਹੀ ਜਮਪੁਰ ਜਾਹੇਗਾ। ਇਸ ਕਰਕੇ ਸਿਮਰਨ ਕਰ ਲੈ, ਚੇਤ ਲੈ, ਉਸ ਨੂੰ ਸੰਭਾਲ ਲੈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਔਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਭਾਈ ਸਿਮਰਨ ਕਰ ਲੈ, ਬੰਦਗੀ ਕਰ ਲੈ, ਇਹਨੇ ਤੇਰਾ ਸਾਥ ਨਿਭਾਉਣਾ। ਨਹੀਂ ਤਾਂ ਸਰੀਰ ਨੇ ਵੀ ਬਿਨਸ ਜਾਣਾ, ਧਨ ਨੇ ਵੀ ਸਾਥ ਨਹੀਂ ਨਿਭਾਉਣਾ। ਅੱਗੇ ਮੇਰੇ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਂਦੇ? ਬਿਰਧ ਭਇਆ ਜੋਬਨ ਤਨ ਖਿਸਿਆ, ਕਫ ਕੰਠ ਵਿਰੋਧੋ ਨੈਨੋ ਨੀਰ ਢਰੇ। ਬਜ਼ੁਰਗ ਹੋ ਗਿਆ। ਬਜ਼ੁਰਗ ਹੋਣ ਦੇ ਨਾਲ ਕੀ ਹੋਇਆ? ਜੋਬਨ ਚਲਾ ਗਿਆ। ਤਨ ਸਰੀਰ ਜਿਹੜਾ ਹੈ ਕਮਜ਼ੋਰ ਹੋ ਗਿਆ, ਖਿਸਿਆ, ਕਮਜ਼ੋਰ ਹੋ ਗਿਆ। ਕਫ ਕੰਠ ਵਿਰੋਧੋ, ਇਹਦਾ ਜਿਹੜਾ ਗਲਾ ਹੈ ਇਹ ਬਲਗਮ ਦੇ ਨਾਲ ਭਰ ਗਿਆ। ਬੋਲਣਾ ਚਾਹੁੰਦਾ, ਬੋਲਿਆ ਨਹੀਂ ਜਾਂਦਾ। ਨੈਨੋ ਨੀਰ ਢਰੇ, ਅੱਖਾਂ ਦੇ ਵਿੱਚੋਂ ਪਾਣੀ ਸਿਮਦਾ, ਪਾਣੀ ਸਿਮਦਾ। ਬਜ਼ੁਰਗ ਅਵਸਥਾ। ਇਹਨੂੰ ਭਗਤ ਭੀਖਣ ਜੀ ਨੇ ਸਮਝਾਇਆ ਕਿ ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਧਵਾਨੀ। ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੈ ਪ੍ਰਾਣੀ। ਅੱਖਾਂ ਦੇ ਵਿੱਚੋਂ ਪਾਣੀ ਸਿਮਦਾ, ਗਲੇ ਤੋਂ ਬੋਲਿਆ ਨਹੀਂ ਜਾਂਦਾ। ਪਰ ਇਹਨੂੰ ਹਾਲੀ ਵੀ ਸਮਝ ਨਹੀਂ ਆਈ ਕਿ ਮੈਂ ਸੰਸਾਰ ਸਮੁੰਦਰ ਤੋਂ ਤਰਨਾ ਹੈ। ਉਸ ਗੱਲ ਦੀ ਸਮਝ ਨਹੀਂ ਆਈ ਕਿ ਮੇਰਾ ਆਉਣ ਦਾ ਪ੍ਰਯੋਜਨ ਕੀ ਹੈ, ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਕੇਵਲ ਨਾਮ ਸਰੰਜਾਮ ਲਾਗ, ਭਵਜਲ ਤਰਨ ਕੈ। ਇਹਦੀ ਸਮਝ ਨਹੀਂ ਆਈ। ਬਜ਼ੁਰਗ ਅਵਸਥਾ ਹੋ ਗਈ।
ਚਰਨ ਰਹੇ ਕਰ ਕੰਪਨ ਲਾਗੇ, ਸਾਕਤ RAM ਨਾ ਹਿਰਦੇ ਹਰੇ। ਚਰਨ ਭਾਵ ਪੈਰ, ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਬਜ਼ੁਰਗ ਅਵਸਥਾ ਦੇ ਵਿੱਚ। ਕਰ ਕੰਪਨ ਲਾਗੇ, ਹੱਥ ਵੀ ਕੰਬਦੇ ਨੇ ਜਦੋਂ ਬਜ਼ੁਰਗ ਹੋ ਜਾਂਦਾ ਮਨੁੱਖ। ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਸਮਝਾਉਂਦੇ ਕਿ ਜਦੋਂ ਜਵਾਨੀ ਦੀ ਅਵਸਥਾ ਸੀ ਉਦੋਂ ਅਸੀਂ ਸਾਰੇ ਸਾਗਰ ਵੀ ਗਾਹ ਦਿੱਤੇ, ਸਮੁੰਦਰ ਵੀ ਗਾਹ ਦਿੱਤੇ, ਸਾਰੀ ਧਰਤੀ ਵੀ ਗਾਹ ਦਿੱਤੀ। ਪਰ ਬਜ਼ੁਰਗ ਅਵਸਥਾ ਜਦੋਂ ਆਉਂਦੀ ਹੈ, ਨੇੜੇ ਪਿਆ ਹੋਇਆ ਲੋਟਾ ਵੀ ਪਾਣੀ ਦਾ ਉਹ ਵੀ ਐਵੇਂ ਪ੍ਰਤੀਤ ਹੁੰਦਾ ਜਿਵੇਂ ਸੈਂਕੜੇ ਕੋਹ ਪਿਆ ਹੋਵੇ। ਬਾਬਾ ਫਰੀਦ ਜੀ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨੇ। ਥਲ ਡੂੰਗਰ ਪਵੇ ਹੋਮ, ਇਹ ਥਲ ਮਾਰੂ ਥਲ ਵੀ ਗਾਹ ਛੱਡੇ, ਪਹਾੜ ਵੀ ਚੜ ਲੈ। ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀ ਓਮ। ਪਰ ਅੱਜ ਹੁਣ ਬਜ਼ੁਰਗ ਅਵਸਥਾ ਹੋ ਗਈ ਤੇ ਇਹ ਜਿਹੜਾ ਨੇੜੇ ਪਿਆ ਹੋਇਆ ਲੋਟਾ ਵੀ ਐਵੇਂ ਪ੍ਰਤੀਤ ਹੁੰਦਾ ਜਿਵੇਂ ਸੈਂਕੜੇ ਕੋਹ ਤੇ ਪਿਆ ਹੋਵੇ। ਪੈਰਾਂ ਤੋਂ ਚੱਲਿਆ ਨਹੀਂ ਜਾਂਦਾ, ਬਜ਼ੁਰਗ ਹੋ ਗਿਆ। ਚਰਨ ਰਹੇ ਕਰ ਕੰਪਨ ਲਾਗੇ, ਆ ਹੱਥ ਵੀ ਕੰਬਦੇ ਪਏ ਨੇ। ਪਰ ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ, ਉਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ, ਸਾਕਤ RAM ਨਾ ਹਿਰਦੈ ਹਰੇ। ਸਾਕਤ ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ ਆਪਣੇ ਮਨ ਦੇ ਵਿੱਚ, ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਦਾ, ਨਹੀਂ ਜਪਦਾ। ਹਾਲੀ ਵੀ ਇਹਨੂੰ ਸਮਝ ਨਹੀਂ ਆਈ। ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਇਹਦੇ ਕੇਸ ਵੀ ਚਿੱਟੇ ਹੋ ਗਏ। ਇਹ ਬੋਲਦਾ ਵੀ ਐਵੇਂ ਹੈ ਜਿਵੇਂ ਸਤਵੇਂ ਪਤਾਲ ਦੇ ਵਿੱਚੋਂ ਕੋਈ ਬੋਲ ਆ ਰਿਹਾ ਹੋਵੇ, ਇੰਨਾ ਮੱਧਮ। ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਲੋਚਨ ਸ਼ਰਮੈ ਬੁੱਧ ਬਲ ਨਾਠੀ ਤਾਂ ਕਾਮ ਪਾਵਸ ਮਧਾਣੀ। ਹਾਲੀ ਵੀ ਵਿਕਾਰਾਂ ਦੇ ਵਿੱਚ ਖਚਤ ਹੈ, ਨਹੀਂ ਸਮਝ ਆਈ। ਅੱਗੇ ਸਤਿਗੁਰੂ ਜੀ ਸਮਝਾ ਰਹੇ ਨੇ, ਸੁਰਤ ਗਈ ਕਾਲੀ ਹੂੰ ਧੌਲੇ, ਕਿਸੇ ਨਾ ਭਾਵੈ ਰਾਖਿਓ ਘਰੇ। ਮਨੁੱਖ ਦੀ ਸੁਰਤ ਕੰਮ ਨਹੀਂ ਕਰਦੀ, ਸੁਰਤ ਗਈ। 70 ਕਾ ਮਤਹੀਨ ਹੋਏ, ਇਹਦੀ ਅਕਲ ਚਲੇ ਗਈ। ਕਾਲੀ ਹੂੰ ਧੌਲੇ, ਇਹ ਜਿਹੜੇ ਵਾਲ ਸਨ ਕਾਲਿਆਂ ਤੋਂ ਧੌਲੇ ਬਣ ਗਏ, ਚਿੱਟੇ ਬਣ ਗਏ। ਪਰ ਹਾਲੀ ਵੀ ਸਮਝਦਾ ਨਹੀਂ। ਬਾਬਾ ਫਰੀਦ ਜੀ ਨੇ ਸਮਝਾਇਆ, ਜਦੋਂ ਉਹਨਾਂ ਦਾ ਅਸੀਂ ਬਚਨ ਪੜ੍ਹਦੇ ਹਾਂ ਬਾਬਾ ਫਰੀਦ ਜੀ ਦਾ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿਛਾ ਰਿਹਾ ਦੂਰ। ਭਾਈ ਜਿਹੜਾ ਤੇਰਾ ਅਗਲਾ ਸਮਾਂ ਹੈ, ਮੌਤ ਵਾਲਾ ਟਾਈਮ, ਉਹ ਨੇੜੇ ਆ ਗਿਆ। ਜਿਹੜਾ ਪਿਛਲਾ ਸੀ, ਭਾਵ ਜਦੋਂ ਜੰਮਿਆ ਸੀ, ਉਹ ਦੂਰ ਰਹਿ ਗਿਆ। ਸਾਧ ਸੰਗਤ ਮਨੁੱਖ ਨਹੀਂ ਸਮਝਦਾ। ਗਿਆਨੀ ਸੰਤ ਸਿੰਘ ਜੀ ਮਸਕੀਨ ਅਕਸਰ ਕਿਹਾ ਕਰਦੇ ਸੀ, ਕਹਿੰਦੇ ਕੋਈ 20 ਸਾਲ ਦਾ ਬੱਚਾ ਆਪਣਾ ਜਨਮ ਦਿਨ ਮਨਾਵੇ ਸਮਝ ਆਉਂਦੀ ਹੈ, ਕੋਈ 10 ਸਾਲ ਦਾ ਮਨਾਵੇ ਸਮਝ ਆਉਂਦੀ ਹੈ। ਜਿਹੜਾ ਬਜ਼ੁਰਗ ਆਦਮੀ ਹੋ ਗਿਆ 80 ਸਾਲਾਂ ਦਾ ਤੇ ਆਪਣਾ ਜਨਮ ਦਿਨ ਮਨਾ ਰਿਹਾ, ਹਾਲੇ ਵੀ ਸਮਝਿਆ ਨਹੀਂ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਐ ਨਹੀਂ ਸਮਝਦੀ ਮਾਤਾ ਕਿ ਮੇਰਾ ਬੱਚਾ ਵੱਡਾ ਨਹੀਂ ਹੋ ਰਿਹਾ, ਮੇਰਾ ਬੱਚਾ ਛੋਟਾ ਹੋ ਰਿਹਾ। ਉਮਰ ਘਟ ਰਹੀ ਹੈ, ਵੱਧ ਨਹੀਂ ਰਹੀ। ਧੰਨ ਗੁਰੂ ਨਾਨਕ ਸਾਹਿਬ ਅੱਜ ਸਮਝਾ ਰਹੇ ਨੇ, ਸੁਰਤ ਗਈ, ਬਜ਼ੁਰਗ ਅਵਸਥਾ ਹੋ ਗਈ, ਮਨੁੱਖ ਦੀ ਸੁਰਤੀ ਕੰਮ ਨਹੀਂ ਕਰਦੀ।
ਕਾਲੀ ਹੂੰ ਧੌਲੇ। ਇਹ ਜਿਹੜੇ ਵਾਲ ਨੇ ਕਾਲਿਆਂ ਤੋਂ ਚਿੱਟੇ ਬਣ ਗਏ। ਕਿਸੇ ਨਾ ਭਾਵੇ ਰੱਖਿਓ ਘਰੇ, ਜਿਨ੍ਹਾਂ ਦੀ ਖਾਤਰ ਸਾਰੀ ਉਮਰ ਲਾ ਦਿੱਤੀ ਧੀਆਂ ਪੁੱਤਰ। ਬਜ਼ੁਰਗ ਅਵਸਥਾ ਹੋ ਗਈ, ਹੁਣ ਕਹਿੰਦੇ ਨੇ ਬਜ਼ੁਰਗ ਨੂੰ ਉਹਦੇ ਕੋਲ ਭੇਜ ਦਿਓ। ਛੋਟਾ ਵੀਰ ਕਹਿੰਦਾ ਕਿ ਵੱਡੇ ਭਰਾ ਦੇ ਕੋਲ ਭੇਜ ਦਿਓ, ਵੱਡਾ ਭਰਾ ਕਹਿੰਦਾ ਕਿ ਛੋਟੇ ਵੀਰ ਦੇ ਕੋਲ ਭੇਜ ਦਿਓ। ਜੇ ਦੋਨੋਂ ਨਹੀਂ ਸੰਭਾਲਦੇ ਫਿਰ ਧੀ ਦੇ ਕੋਲ ਹੀ ਭੇਜ ਦਿਓ, ਜਿਨ੍ਹਾਂ ਦੀ ਖਾਤਰ ਸਾਰੀ ਉਮਰ ਇਹ ਕੰਮਕਾਰ ਕਰਦਾ ਰਿਹਾ। ਹੁਣ ਬਜ਼ੁਰਗ ਅਵਸਥਾ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ। ਇਹ ਪ੍ਰਾਣੀ ਹੋਸ਼ ਵਿੱਚ ਆ, ਛੋਟੇ ਹੁੰਦਿਆਂ ਹੀ ਸਮਝ ਆ ਇਹ ਸਾਰਿਆਂ ਨਾਲ ਵਾਪਰਨਾ ਹੈ। ਜਦੋਂ ਬਜ਼ੁਰਗ ਅਵਸਥਾ ਆਉਂਦੀ ਹੈ ਫਿਰ ਘਰ ਦੇ ਵਿੱਚ ਕੋਈ ਸੰਭਾਲ ਕਰਨ ਵਾਸਤੇ ਤਿਆਰ ਨਹੀਂ ਹੈ। ਬਿਸਰਤ ਨਾਮ ਐਸੇ ਦੋਖ ਲਾਗੈ, ਜਮ ਮਾਰ ਸਮਾਰੇ ਨਰਕ ਖਰੇ। ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ, ਗੁਰੂ ਦਾ ਸਿਮਰਨ ਵਿਸਰ ਗਿਆ, ਉਹਨਾਂ ਨੂੰ ਫਿਰ ਖੁਆਰੀ ਹੁੰਦੀ ਹੈ। ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਤੇਰੇ ਗੁਣ ਗਲਿਆ। ਜਿਨ੍ਹਾਂ ਨੂੰ ਵਾਹਿਗੁਰੂ ਦੀ ਬਾਣੀ ਵਿਸਰ ਜਾਂਦੀ ਹੈ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਇਸ ਕਰਕੇ ਨਹੀਂ ਵਿਸਰਨਾ ਚਾਹੀਦਾ, ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਦੀ ਬੰਦਗੀ ਨਹੀਂ ਵਿਸਰਨੀ ਚਾਹੀਦੀ। ਨਹੀਂ ਤੇ ਕੀ ਹੋਵੇਗਾ, ਸਤਿਗੁਰੂ ਜੀ ਸਮਝਾ ਰਹੇ ਨੇ, ਬਿਸਰਤ ਨਾਮ ਐਸੇ ਦੋਖ ਲਾਗੇ। ਇਹ ਜਿਹੜੇ ਵਿਕਾਰ ਨੇ ਇਹਨਾਂ ਦੇ ਐਬ ਸਾਡੇ ਤੇ ਪ੍ਰਭਾਵ ਪਾ ਲੈਣਗੇ। ਬਿਸਰਤ ਨਾਮ ਐਸੇ ਦੋਖ ਲਾਗੇ, ਜਮ ਮਾਰ ਸਮਾਰੇ ਨਰਕ ਖਰੇ। ਜਮਾਂ ਦੀ ਮਾਰ ਸਹਿਣੀ ਪਵੇਗੀ, ਨਰਕਾਂ ਦੇ ਵਿੱਚ ਉਹ ਮਨੁੱਖ ਖਲੋਤਾ ਸਮਝੋ ਜਿਹੜਾ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ। ਪੂਰਬ ਜਨਮ ਕੋ ਲੇਖ ਨਾ ਮਿਟਾਈ, ਪੂਰਬ ਜਨਮ ਕੋ ਲੇਖ ਨਾ ਮਿਟਾਈ, ਜਨਮ ਮਰੇ ਕਾਂ ਕੋ ਦੋਸ਼ ਖਰੇ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਕਿ ਜੀਵ ਦੇ ਵੀ ਵਸ ਕੋਈ ਨਹੀਂ ਹੈ। ਜਿਹੜੇ ਪੂਰਬਲੇ ਜਨਮ ਦੇ ਵਿੱਚ ਕਰਮ ਕਰਕੇ ਆਏ ਹਾਂ ਉਹਨਾਂ ਦਾ ਲੇਖ ਨਹੀਂ ਮਿਟ ਸਕਦਾ। ਇਸ ਪੰਕਤੀ ਨੂੰ ਧਿਆਨ ਨਾਲ ਸਮਝਿਓ। ਜਿਹੜੇ ਆਪਾਂ ਕਰਮ ਕਰ ਰਹੇ ਹਾਂ ਇਹ ਕਹਿਣ ਮਾਤਰ ਨਹੀਂ ਨੇ ਕਿ ਇਹ ਪੁੰਨੀ ਹੈ, ਇਹ ਪਾਪੀ ਹੈ, ਇਹ ਲਿਖਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਪੁੰਨੀ ਪਾਪੀ ਆਖਨ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਿਹੜੇ ਪੂਰਬਲੇ ਜਨਮ ਦੇ ਵਿੱਚ ਅਸਾਂ ਕਰਮ ਕੀਤੇ ਉਹਨਾਂ ਦਾ ਲੇਖਾ, ਉਹਨਾਂ ਦੇ ਸੰਸਕਾਰ ਸਾਡੇ ਵਿੱਚੋਂ ਮਿਟਦੇ ਨਹੀਂ। ਇਸ ਕਰਕੇ ਕਈ ਵਾਰੀ ਅਸੀਂ ਇਹੋ ਜਿਹੇ ਕਰਮ ਕਰ ਜਾਂਦੇ ਹਾਂ ਜਿਹੜੇ ਜਨਮ ਦੇ ਵਿੱਚੋਂ ਅਸੀਂ ਲੰਘ ਕੇ ਆਏ ਹੁੰਦੇ ਹਾਂ, ਜਿਨ੍ਹਾਂ ਬਾਰੇ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਕਿ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਪੂਰਬ ਜਨਮ ਕੋ ਲੇਖ ਨਾ ਮਿਟਾਈ। ਜਿਹੜੇ ਪਿਛਲੇ ਜਨਮਾਂ ਵਿੱਚ ਲੇਖ ਕਰਕੇ ਆਏ ਹਾਂ ਉਹ ਨਹੀਂ ਮਿਟਦੇ। ਗੁਰੂ ਅਰਜਨ ਸਾਹਿਬ ਜੀ ਵੀ ਸਮਝਾਉਂਦੇ ਨੇ, ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਕਰਤਾਰ ਨੇ ਸਾਡੇ ਮਸਤਕ ਤੇ ਲੇਖ ਲਿਖ ਦਿੱਤੇ ਉਹ ਮਿਟਦੇ ਨਹੀਂ ਨੇ। ਸਾਧ ਸੰਗਤ ਜੀ, ਸਤਿਗੁਰੂ ਜੀ ਬਾਰ-ਬਾਰ ਇਹ ਗੱਲ ਸਮਝਾ ਰਹੇ ਨੇ ਕਿ ਲੇਖ ਨਹੀਂ ਮਿਟਦੇ, ਉਹ ਭੋਗਣੇ ਪੈਂਦੇ ਨੇ। ਕਿਰਤ ਕਰਮ ਕੇ ਵਿਛੜੈ, ਕਰ ਕਿਰਪਾ ਮਿਲੋ ਰਾਮ। ਕਰਮਾਂ ਦੇ ਕਰਕੇ ਵਿਛੜੇ ਹੋਏ ਹਾਂ।
ਪਰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਲੇਖ ਨਹੀਂ ਮਿਟਦੇ। ਸਾਧ ਸੰਗਤ ਜੀ, ਆਪਣੇ ਉਦਮ ਦੇ ਨਾਲ, ਆਪਣੀ ਮਿਹਨਤ ਦੇ ਨਾਲ ਤੇ ਲੇਖ ਨਹੀਂ ਮਿਟਦੇ, ਪਰ ਜਦੋਂ ਗੁਰੂ ਕਿਰਪਾ ਕਰ ਜਾਂਦਾ ਹੈ ਫਿਰ ਲੇਖ ਮਿਟ ਜਾਂਦੇ ਨੇ। ਨਿਰਾਸ਼ ਨਹੀਂ ਹੋਣ ਦੀ ਲੋੜ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਨੇ ਸ਼ਲੋਕਾਂ ਦੇ ਵਿੱਚ ਸਾਡਾ ਮਾਰਗਦਰਸ਼ਨ ਕੀਤਾ। ਜਦੋਂ ਬਚਨ ਪੜ੍ਹਦੇ ਹਾਂ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਵਿਕਾਰਾਂ ਦੇ ਅੱਗੇ ਸਾਡਾ ਬਲ ਛੁੱਟ ਗਿਆ, ਪੇਸ਼ ਨਹੀਂ ਜਾਂਦੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਪੈ ਗਏ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਮਨੁੱਖ ਆਪਣਾ ਉਦਮ ਕਰੇ, ਇਹਨਾਂ ਤੋਂ ਬਚਣ ਵਾਸਤੇ ਨਹੀਂ ਬਚ ਸਕਦਾ। ਫਿਰ ਅੰਦਰੋਂ ਅਰਦਾਸ ਨਿਕਲਦੀ ਹੈ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਐ ਪ੍ਰਮਾਤਮਾ ਜੀ, ਜਿਵੇਂ ਤੁਸੀਂ ਹਾਥੀ ਦੀ ਸਹਾਇਤਾ ਕੀਤੀ ਸੀ, ਮੇਰੀ ਵੀ ਸਹਾਇਤਾ ਕਰੋ, ਮੇਰੀ ਵੀ ਮਦਦ ਕਰੋ। ਜਦੋਂ ਅੰਦਰੋਂ ਅਰਦਾਸ ਨਿਕਲਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਅੰਦਰ ਬਲ ਵੀ ਪੈਦਾ ਹੋ ਜਾਂਦਾ ਵਿਕਾਰਾਂ ਨੂੰ ਲੜਨ ਵਾਸਤੇ, ਬੰਧਨ ਵੀ ਛੁੱਟ ਜਾਂਦੇ ਜਦੋਂ ਪ੍ਰਮਾਤਮਾ ਕਿਰਪਾ ਕਰਦਾ, ਜਦੋਂ ਗੁਰੂ ਕਿਰਪਾ ਕਰਦਾ। ਭਗਤ ਰਾਮਾਨੰਦ ਜੀ, ਉਹਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਅਗਵਾਈ ਕਰਦਾ ਪਿਆ ਹੈ, ਜਿਹਦੇ ਵਿੱਚ ਭਗਤ ਰਾਮਾਨੰਦ ਜੀ ਸਮਝਾਉਂਦੇ ਨੇ, ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ। ਉਹ ਸਾਰਾ ਸ਼ਬਦ ਤੇ ਪੜਨ ਦਾ ਸਮਾਂ ਨਹੀਂ। ਸ਼ਬਦ ਦੀਆਂ ਆਖਰੀ ਪੰਕਤੀਆਂ ਨੇ, ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਧਿਆਨ ਨਾਲ ਬਚਨ ਸੁਣਨਾ, ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦਾ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਕਰੋੜਾਂ ਕਰਮਾਂ ਦੇ ਪਾਪਾਂ ਨੂੰ ਨਾਸ ਕਰਨ ਦੇ ਸਮਰੱਥ ਹੈ, ਲੇਖ ਮਿਟਾਉਣ ਦੇ ਸਮਰੱਥ ਹੈ। ਸਾਧ ਸੰਗਤ ਜੀ, ਜਿਹੜਾ ਬਾਣੀ ਦਾ ਲੜ ਫੜੇਗਾ ਉਹਦੇ ਲੇਖ ਮਿਟ ਜਾਣਗੇ। ਇਹ ਮੈਂ ਨਹੀਂ ਜੇ ਕਹਿੰਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਬਾਣੀ ਸਮਝਾਉਂਦੀ ਹੈ। ਧਿਆਨ ਨਾਲ ਬਚਨ ਪੜਿਓ, ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਅਗਲੀਆਂ ਪੰਕਤੀਆਂ ਨੇ, ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਪਗ ਧਾਰ। ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ, ਸਾਡੇ ਹਿਰਦੇ ਵਿੱਚ ਵਸਦਾ ਹੈ, ਉਦੋਂ ਫਿਰ ਇਹ ਲੇਖ ਮਿਟ ਵੀ ਜਾਂਦੇ ਨੇ। ਇਤਿਹਾਸ ਦੇ ਰਾਹੀਂ ਗੱਲ ਸੌਖੀ ਸਮਝ ਆਵੇਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਮਾਤਾ ਸੁਲੱਖਣੀ ਜੀ ਗਏ, ਕਹਿਣ ਲੱਗੇ ਕਿ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਕਹਿੰਦੇ ਕਿ ਤੁਹਾਡੇ ਲੇਖਾਂ ਵਿੱਚ ਨਹੀਂ ਹੈ। ਮਾਤਾ ਜੀ ਕਹਿਣ ਲੱਗੇ ਕਿ ਪਾਤਸ਼ਾਹ, ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ ਹੈ, ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਬਾਬਾਣੀਆਂ ਕਹਾਣੀਆਂ ਕਿਤਾਬ ਦੇ ਵਿੱਚ, ਕਿ ਮਾਤਾ ਅਰਦਾਸ ਕਰਦੀ ਹੈ ਕਿ ਸੱਚੀਏ ਦਾੜੀਏ ਚਿੱਟੀਏ ਪੱਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਰਹੀ ਹੈ ਮਾਤਾ, ਸੱਚੀਏ ਦਾੜੀਏ ਚਿੱਟੀਏ ਪੱਗੇ, ਨਾਮ ਸੁਲੱਖਣੀ ਵਫਨੀਆਂ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ, ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਅੱਗੇ। ਜਦੋਂ ਮਾਤਾ ਨੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ, ਉਸ ਮਾਤਾ ਦੇ ਘਰ ਦੇ ਵਿੱਚ 7 ਪੁੱਤਰ ਪੈਦਾ ਹੋਏ। 7 ਪੁੱਤਰ। ਸਾਧ ਸੰਗਤ, ਗੁਰੂ ਸਾਹਿਬ ਜੀ ਸਾਡੇ ਲੇਖ ਮਿਟਾਉਣ ਦੇ ਸਮਰੱਥ ਨੇ। ਸਰੀਰਕ ਜਾਮਿਆਂ ਦੇ ਵਿੱਚ ਵਰਤੇ, 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਵਰਤੇ,
ਉਹਨਾਂ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ ਕਿ ਅੱਜ ਤੋਂ ਬਾਅਦ ਜੇ ਤੁਸੀਂ ਲੇਖ ਮਿਟਾਉਣਾ ਚਾਹੁੰਦੇ ਹੋ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਓ, ਸੰਗਤ ਵਿੱਚ ਆਓ। ਇਹ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਜੀ ਸਮਝਾ ਰਹੇ ਨੇ, पूर्व जन्म को लेख न मिटई, जन्म मरे कांको दोष धरे। जमदा रहंदा मरदा रहंदा, जम्मन मरण दा ये गेड़ खत्म नहीं हुंदा। जम जम मरे मरे फिर जम्मे, बहुत सजाए पया देस लम्मे। ਇਹਦਾ ਦੋਸ਼ ਕਿਸੇ ਹੋਰ ਨੂੰ ਨਹੀਂ ਦੇ ਸਕਦਾ, ਇਹਦੇ ਕੀਤੇ ਹੋਏ ਕਰਮਾਂ ਦਾ ਫਲ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬਿਨ ਗੁਰ ਬਾਦ ਜੀਵਨ ਹੋਰ ਮਰਨਾ, ਬਿਨ ਗੁਰ ਸ਼ਬਦ ਜਨਮ ਜਰੇ। ਗੁਰੂ ਦੇ ਸ਼ਬਦ ਤੋਂ ਬਗੈਰ ਜਿਹੜਾ ਵੀ ਜੀਵਨ ਗੁਜ਼ਾਰਨਾ ਹੈ, ਜੀਵਨ ਬਤੀਤ ਕਰਨਾ ਹੈ, ਉਹ ਵਿਕਾਰਾਂ ਦੀ ਤਪਸ਼ ਦੇ ਵਿੱਚ ਮਾਨੋ ਸੜਨਾ ਹੀ ਹੈ, ਜਰਨਾ ਹੀ ਹੈ। ਜਦੋਂ ਅਸੀਂ ਬਾਣੀ ਨਾਲੋਂ ਟੁੱਟ ਜਾਂਦੇ ਹਾਂ, ਸਿਮਰਨ ਨਾਲੋਂ ਟੁੱਟ ਜਾਂਦੇ ਹਾਂ, ਸਾਡਾ ਹਿਰਦਾ ਵਿਕਾਰਾਂ ਵਿੱਚ ਤਪਦਾ ਹੈ। हरे कृष्ण पे आए, श्री हरे कृष्ण पे आए। जिस दिखे सब दुख जाए, श्री हरे कृष्ण पे आए। जिस दिखे सब दुख This program is sponsored by Simco, a name you can rely upon. नानक नाम चढ़ती कला, नानक नाम चढ़ती कला। तेरे बाणे सरबत दा भला, 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 सरबत दा भला। ਰਫ਼ਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। Simco Supreme Hair Fixer, Simco Classic Hair Fixer। ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ।